ਹੈਲੋ ਸਟੂਡੈਂਟਸ, ਅੱਜ ਅਸੀਂ ਆਪਣੀ ਕਲਾਸ ਵਿੱਚ ਕਨਸੈਪਟ ਨਵਾਂ ਜਿਹੜਾ ਹੈ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਸਾਡਾ ਸਰਕਲ। ਸੋ ਕਲਾਸ ਰਹੇਗੀ ਸਾਡੀ 10th। ਸੋ ਅੱਜ ਅਸੀਂ ਉਸ ਦੀ ਇੰਟਰੋਡਕਸ਼ਨ ਪਹਿਲਾਂ ਤਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਚੈਪਟਰ ਦੇ ਨਾਮ ਤੋਂ ਹੀ ਸ਼ੁਰੂ ਕਰਦੇ ਹਾਂ, ਜਿਸ ਦਾ ਨਾਮ ਹੈ ਸਰਕਲ। ਸੋ ਸਰਕਲ ਕੀ ਹੁੰਦਾ ਹੈ? ਕੋਈ ਉਹ ਚੀਜ਼ ਜਿਹੜੀ ਰੈਗੂਲਰ ਜਿਹੜੀ ਚੱਲਦੀ ਰਹੇ ਤਾਂ ਉਸ ਨੂੰ ਅਸੀਂ ਸਰਕਲ ਬੋਲ ਦਿੰਦੇ ਹਾਂ। ਮਤਲਬ ਕਿ ਕੋਈ ਕੰਮ ਹੈ ਜਿਹੜਾ ਅੱਜ ਵੀ ਹੋਇਆ, ਕੱਲ੍ਹ ਨੂੰ ਵੀ ਹੋਣਾ ਹੈ, ਫਿਰ ਹੋਣਾ ਹੈ ਅਤੇ ਇਸ ਤਰ੍ਹਾਂ ਚੱਲਦਾ ਰਹਿਣਾ ਹੈ, ਤਾਂ ਉਹ ਇੱਕ ਸਾਡਾ ਸਰਕਲ ਜਿਹੜਾ ਉਹ ਚੱਲ ਰਿਹਾ ਹੈ, ਜਿਸ ਦੀ ਵਰਤੋਂ ਅਸੀਂ ਆਮ ਕਰਦੇ ਹਾਂ ਕਿ ਜੇ ਕਿਸੇ ਦੀ ਥੋੜ੍ਹੀ ਆਮਦਨ ਹੈ ਤਾਂ ਉਹ ਸਿੰਪਲ ਸ਼ਬਦ ਵਰਤ ਦਿੰਦਾ ਹੈ ਕਿ ਸਰਕਲ ਚੱਲ ਰਿਹਾ ਹੈ। ਠੀਕ ਹੈ, ਜ਼ਿਆਦਾ ਲਾਲਚ ਨਹੀਂ ਕਰਦਾ। ਸੋ ਮਤਲਬ ਕਿ ਉਹਦਾ ਜਿਹੜਾ ਸਰ ਰਿਹਾ ਹੈ। ਠੀਕ ਹੈ, ਸੋ ਕੋਈ ਚੀਜ਼ ਕੰਟੀਨਿਊਸਲੀ ਚੱਲ ਰਹੀ, ਉਹ ਸਾਡਾ ਕੀ ਹੋ ਗਿਆ? ਸਰਕਲ। ਸੋ ਇਸ ਤਰ੍ਹਾਂ ਸਰਕਲ ਦੀ ਗੱਲ ਕਰੀਏ ਤਾਂ ਸਾਡੇ ਕੋਲ ਇਸ ਤਰ੍ਹਾਂ ਦੀ ਇੱਕ ਆਕ੍ਰਿਤੀ ਹੁੰਦੀ ਹੈ। ਇਹ ਹੈ ਸਾਡੀ ਇੱਕ ਆਕ੍ਰਿਤੀ, ਜਾਂ ਜਿਸ ਨੂੰ ਅਸੀਂ ਕਹਿ ਦਈਏ ਇੱਕ ਸਾਡੀ ਹੈ ਫਿਗਰ, ਜਿਸ ਨੂੰ ਅਸੀਂ ਬੋਲਦੇ ਹਾਂ ਚੱਕਰ ਜਾਂ ਸਰਕਲ। ਹੁਣ ਇਸ ਸਰਕਲ ਸਾਡੇ ਕੋਲ ਕਿਸ ਤਰ੍ਹਾਂ ਬਣਦਾ ਹੈ? ਕੋਈ ਵੀ ਸਰਕਲ ਹੈ ਤਾਂ ਉਸ ਦਾ ਕੋਈ ਨਾ ਕੋਈ ਕੇਂਦਰ ਬਿੰਦੂ ਜਾਂ ਸੈਂਟਰ ਪੁਆਇੰਟ ਜਿਹੜਾ ਉਹ ਰਹਿੰਦਾ ਹੈ। ਸੋ ਇਸ ਤਰ੍ਹਾਂ ਹੀ ਇਸ ਦਾ ਵੀ ਇੱਕ ਕੇਂਦਰ ਬਿੰਦੂ ਹੋਏਗਾ। ਮੰਨ ਲਓ ਕਿ ਇਹ ਇਸ ਦਾ ਇੱਕ ਉਹ ਕੇਂਦਰ ਬਿੰਦੂ ਹੈ। ਸੋ ਥੋੜ੍ਹਾ ਜਿਹਾ ਸਮੋਲ ਸਰਕਲ ਬਣਿਆ ਸਾਡੇ ਕੋਲ, ਥੋੜ੍ਹਾ ਇਸ ਨੂੰ ਅਸੀਂ ਸਾਈਜ਼ ਵਿੱਚ ਵੱਡਾ ਕਰ ਲਈਏ। ਸੋ ਥੋੜ੍ਹਾ ਵੱਡਾ ਸਰਕਲ ਬਣਾਉਂਦੇ ਹਾਂ। ਇਸ ਤਰ੍ਹਾਂ ਸਾਡੇ ਕੋਲ ਇੱਕ ਸਰਕਲ ਜਿਹੜਾ ਉਹ ਬਣ ਜਾਂਦਾ ਹੈ। ਸੋ ਇਹ ਜੀ ਇਸ ਦਾ ਅਸੀਂ ਲੈਂਦੇ ਹਾਂ ਕੇਂਦਰ। ਸੋ ਥੋੜ੍ਹਾ ਫਰੀ ਹੈਂਡ ਬਣਿਆ, ਥੋੜ੍ਹਾ ਜਿਹਾ ਇੱਧਰ ਉੱਧਰ ਹੋ ਗਿਆ ਹੈ, ਐਡਜਸਟ ਕਰ ਲੈਣਾ। ਤੁਸੀਂ ਪੂਰਾ ਕੰਪਸ ਦੇ ਨਾਲ ਬਣਾਉਣਾ ਹੈ ਤਾਂ ਤੁਹਾਡੇ ਕੋਲ ਪੂਰਾ ਜਿਹੜਾ ਇਹ ਸਹੀ ਬਣੇਗਾ। ਸੋ ਹੁਣ ਇਹ ਜਿਹੜਾ ਪੁਆਇੰਟ ਬਣਿਆ, ਇਸ ਦਾ ਨਾਂ ਰੱਖਿਆ ਸੀ O। ਸੋ O ਕੀ ਹੈ? ਸਾਡੇ ਕੋਲ ਕੇਂਦਰ ਬਿੰਦੂ, ਜਿਸ ਨੂੰ ਅਸੀਂ ਬੋਲਦੇ ਹਾਂ ਸੈਂਟਰ ਆਫ ਦੀ ਸਰਕਲ। ਸੋ ਹੁਣ ਜਿਹੜਾ ਸਰਕਲ ਹੈ ਤੁਸੀਂ ਹਮੇਸ਼ਾ ਕੰਪਾਸ ਦੇ ਨਾਲ ਬਣਾਉਣਾ ਹੈ। ਠੀਕ ਹੈ, ਜਦੋਂ ਕੰਪਾਸ ਨਾਲ ਬਣਾਓਗੇ ਤਾਂ ਤੁਹਾਨੂੰ ਪਤਾ ਹੈ ਕੰਪਾਸ ਦੀ ਸ਼ੇਪ ਸਾਡੇ ਕੋਲ ਇਸ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਜਿਸ ਦੀਆਂ ਦੋ ਆਰਮਸ ਸਾਡੇ ਕੋਲ ਹੁੰਦੀਆਂ ਨੇ। ਇੱਕ ਸਾਈਡ 'ਤੇ ਤੁਸੀਂ ਪੈਨਸਲ ਨੂੰ ਜਿਹੜਾ ਕਿ ਵਿੱਚ ਫਿਕਸ ਕਰਦੇ ਹੋ, ਅਤੇ ਦੂਸਰੀ ਸਾਈਡ 'ਤੇ ਤੁਹਾਡੇ ਕੋਲ ਇੱਕ ਨੀਡਲ ਜਿਹੜੀ ਉਹ ਲੱਗੀ ਹੁੰਦੀ ਹੈ। ਸੋ ਕੰਪਾਸ ਨੂੰ ਤੁਸੀਂ ਇੱਕ ਜਗ੍ਹਾ 'ਤੇ ਰੱਖ ਕੇ ਕੰਪਾਸ ਨੂੰ ਜਿੰਨਾ ਵੀ ਖੋਲਦੇ ਹੋ, ਉਸ ਦੇ ਹਿਸਾਬ ਦੇ ਨਾਲ ਤੁਸੀਂ ਸਰਕਲ ਜਿਹੜਾ ਉਹ ਲਗਾ ਦਿੰਦੇ ਹੋ। ਸੋ ਮਤਲਬ ਕਿ ਕੰਪਾਸ ਨੂੰ ਤੁਸੀਂ ਇੰਨਾ ਖੋਲਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਸਰਕਲ ਲਗਾਉਣਾ ਜਿਹੜਾ ਸ਼ੁਰੂ ਕਰ ਦਿੰਦੇ ਹੋ। ਸੋ ਜਿੰਨੀ ਤੁਸੀਂ ਕੰਪਾਸ ਖੋਲ੍ਹੀ ਹੈ, ਜਿਹੜੀ ਓਪਨ ਕੀਤੀ ਹੈ, ਇਹ ਏਰੀਆ ਜਿਹੜਾ ਜਿੰਨਾ ਵੀ ਉਸਦਾ ਮੂੰਹ ਅਸੀਂ ਖੋਲਾਂਗੇ ਉਹ ਸਾਡਾ ਹੋਏਗਾ ਜਿਸ ਤਰ੍ਹਾਂ ਇੱਥੋਂ ਬਣ ਜਾਏਗਾ ਸਾਡਾ, ਜਿਸ ਨੂੰ ਅਸੀਂ ਬੋਲਦੇ ਹਾਂ ਆਰ। ਸੋ ਆਰ ਦਾ ਜਿਹੜਾ ਕਨਸੈਪਟ ਹੈ, ਆਰ ਸਾਡੇ ਕੋਲ ਹੋਏਗਾ ਅਰਧ ਵਿਆਸ, ਸੋ ਜਿਸ ਨੂੰ ਅਸੀਂ ਲਿਖਦੇ ਹਾਂ ਰੇਡੀਅਸ। ਕਲੀਅਰ? ਸੋ ਇਹ ਤਾਂ ਹੋ ਗਿਆ ਕੇਂਦਰ, ਅਤੇ ਦੂਸਰਾ ਹੋ ਗਿਆ ਸਾਡੇ ਕੋਲ ਰੇਡੀਅਸ। ਹੁਣ ਜਦੋਂ ਅਸੀਂ ਦੇਖੋ, ਇਸ ਦਾ ਮਤਲਬ ਦੇਖੋ ਕਿ ਅਰਧ ਵਿਆਸ, ਅਰਧ ਦਾ ਮਤਲਬ ਕੀ ਹੁੰਦਾ? ਹਾਫ, ਅੱਧਾ ਹੁੰਦਾ ਹੈ। ਜੇਕਰ ਅਸੀਂ ਅੱਧੇ ਅੱਧੇ ਨੂੰ ਜੋੜ ਦਈਏ, ਅੱਧੇ ਅੱਧੇ ਨੂੰ ਐਡ ਕਰ ਦਈਏ ਤਾਂ ਸਾਡੇ ਕੋਲ ਕੀ ਬਣ ਗਿਆ? ਪੂਰਾ ਵਿਆਸ ਹੋ ਜਾਏਗਾ। ਠੀਕ ਹੈ ਨਾ, ਆਰ ਪਲੱਸ ਆਰ ਕਰ ਦਾਂਗੇ ਤਾਂ ਸਾਡੇ ਕੋਲ ਹੋ ਗਿਆ ਅਰਧ ਦਾ ਮਤਲਬ ਪੂਰਾ ਹੋ ਗਿਆ, ਸਾਡੇ ਕੋਲ ਹੋ ਗਿਆ ਪੂਰਾ ਵਿਆਸ। ਸੋ ਪੂਰਾ ਵਿਆਸ ਲਿਖਣ ਦੀ ਲੋੜ ਨਹੀਂ, ਅਸੀਂ ਸਿੰਪਲ ਸ਼ਬਦ ਲਿਖਾਂਗੇ ਵਿਆਸ। ਠੀਕ ਹੈ, ਜਿਸ ਨੂੰ ਅਸੀਂ ਲਿਖਦੇ ਹਾਂ ਡਾਇਆਮੀਟਰ। ਡਾਇਆਮੀਟਰ। ਸੋ ਡਾਇਆਮੀਟਰ ਨੂੰ ਅਸੀਂ ਸ਼ੋ ਕਰਦੇ ਹਾਂ ਡੀ ਦੇ ਨਾਲ, ਰੇਡੀਅਸ ਨੂੰ ਅਸੀਂ ਕਹਿੰਦੇ ਸ਼ੋ ਕਰਦੇ ਹਾਂ ਆਰ ਦੇ ਨਾਲ। ਸੋ ਇਹ ਸਾਡੇ ਕੋਲ ਕਹਿੰਦੇ ਇਜ਼ ਇਕੁਅਲ ਟੂ ਹੋ ਜਾਏਗਾ ਸਾਡੇ ਕੋਲ ਬ੍ਰੈਕਟ 'ਚ ਅਸੀਂ ਲਿਖ ਦਿੰਦੇ ਇੱਥੇ ਡੀ। ਠੀਕ ਹੈ, ਉਹ ਹੋ ਗਿਆ, ਆਰ ਹੋ ਗਿਆ, ਡੀ ਹੋ ਗਿਆ। ਸੋ ਇਟ ਮੀਨਸ ਕਿ ਜਦੋਂ ਅਸੀਂ ਇਸ ਨੂੰ ਇੱਧਰ ਵੀ ਜੋੜਤਾ ਤਾਂ ਸਾਡੇ ਕੋਲ ਪੂਰਾ ਆਰ ਅਤੇ ਆਰ ਦੋ ਹੋ ਗਏ, ਤਾਂ ਸਾਡੇ ਕੋਲ ਪੂਰਾ ਕਨਸੈਪਟ ਕੀ ਜਿਹੜਾ ਬਣ ਜਾਂਦਾ ਹੈ, ਇਹ ਹੋ ਗਿਆ ਸਾਡੇ ਕੋਲ ਡੀ। ਸੋ ਉਹ ਨੂੰ ਅਸੀਂ ਨੀਚੇ ਲਿਖ ਲੈਂਦੇ ਹਾਂ। ਸੋ ਵਿਆਸ ਹੋ ਗਿਆ ਸਾਡੇ ਕੋਲ, ਅਰਧ ਵਿਆਸ ਹੋ ਗਿਆ, ਕੇਂਦਰ ਹੋ ਗਿਆ। ਹੁਣ ਚੱਕਰ ਦੇ ਇਸ ਕੇਂਦਰ ਤੋਂ ਕੋਈ ਵੀ ਅਸੀਂ ਰੇਖਾ ਜਿਹੜੀ ਇਸ 'ਤੇ ਚੱਕਰ ਦੇ ਕਿਸੇ ਵੀ ਪੁਆਇੰਟ ਤੱਕ ਅਸੀਂ ਇਸ ਤਰ੍ਹਾਂ ਖਿੱਚਦੇ ਹਾਂ ਤਾਂ ਇਹ ਸਾਰੀਆਂ ਸਾਡੇ ਕੋਲ ਕੀ ਹੋਣਗੀਆਂ? ਅਰਧ ਵਿਆਸ ਹੋਣਗੀਆਂ। ਜੇਕਰ ਅਸੀਂ ਕੋਈ ਵੀ ਰੇਖਾ ਜਿਹੜੀ ਹੈ ਚੱਕਰ ਦੇ ਇੱਕ ਪੁਆਇੰਟ ਤੋਂ ਸ਼ੁਰੂ ਕਰਕੇ ਦੂਸਰੇ ਪੁਆਇੰਟ ਤੱਕ ਲੈ ਜਾਈਏ, ਧਿਆਨ ਦਿਓ, ਮਤਲਬ ਕਿ ਕਹਿਣ ਦਾ ਭਾਵ ਹੈ ਕਿ ਸਰਕਲ ਹੈ, ਇਸ ਦੇ ਇੱਕ ਸਿਰੇ ਤੋਂ ਮੈਂ ਇੱਕ ਰੇਖਾ ਸ਼ੁਰੂ ਕਰਦਾ ਹਾਂ ਅਤੇ ਮੈਂ ਇਸਦੇ ਕੇਂਦਰ 'ਚੋਂ ਪਾਸ ਕਰ ਦਿੰਦਾ ਹਾਂ, ਸੈਂਟਰ 'ਚੋਂ ਲੰਘਾਤੀ। ਸੋ ਜਦੋਂ ਕੋਈ ਵੀ ਰੇਖਾ ਇੱਕ ਸਿਰੇ ਤੋਂ ਚੱਕਰ ਦੇ ਸ਼ੁਰੂ ਹੋ ਕੇ ਇੱਕ ਪੁਆਇੰਟ ਤੋਂ ਦੂਜੇ ਤੱਕ ਜਾਂਦੀ ਹੈ ਤਾਂ ਇੱਕ ਤਾਂ ਸਾਡੇ ਕੋਲ ਬਣ ਗਿਆ ਸਾਡਾ ਰੇਖਾ ਖੰਡ। ਠੀਕ ਹੈ, ਤਾਂ ਦੂਸਰਾ ਇਹ ਸਾਡੇ ਕੋਲ ਬਣ ਗਿਆ ਸਾਡਾ ਡੀ, ਮਤਲਬ ਕਿ ਵਿਆਸ ਬਣ ਗਿਆ। ਇਸ ਤਰ੍ਹਾਂ ਹੀ ਇਹ ਵੀ ਸਾਡੇ ਕੋਲ ਵਿਆਸ ਬਣ ਜਾਏਗਾ, ਇਹ ਵੀ ਸਾਡਾ ਕੀ ਹੋ ਜਾਏਗਾ? ਵਿਆਸ ਹੋ ਜਾਏਗਾ। ਜੇਕਰ ਕੋਈ ਰੇਖਾ ਇਸ ਦੇ ਪੁਆਇੰਟ ਤੋਂ ਸ਼ੁਰੂ ਹੋ ਕੇ ਚੱਕਰ ਦੇ ਇੱਥੇ ਤੱਕ ਰੁਕ ਜਾਂਦੀ ਹੈ ਤਾਂ ਇਹ ਸਾਡਾ ਹੋਏਗਾ ਆਰ ਹੋਏਗਾ।
ठीक है। जे इसनूं होर अगे लै जाइए तो साडे कोल की बन जाएगा, व्यास बन जाएगा। सो ये साडे को हो गया अर्ध व्यास ते व्यास का कंसैप्ट। इस तरह साडे कोल चक्कर के कुछ होर कंसैप्ट भी हैं जिन्हां विच साडे कोल आंदा है लघु चाप, जिसनों असीं लिखते हैं माइनर आर्क। सो आर्क का मतलब होता है चाप। सो लघु तो उल्ट हो गया साडा दीर्घ चाप। सो इनू असीं कहांगे मेजर आर्क। फिर साडा आ गया लघु खंड, माइनर सैगमेंट, तो दूजा साडे को आ गया दीर्घ खंड। दीर्घ का मतलब ज़्यादा हो गया तो इसनों असीं बोल देंगे साडा मेजर सैगमेंट। सो सैगमेंट का मतलब की होंदा, हिस्सा होंदा है साडे कोल। सो हुण ये साडे कोल किस तरह बनते हैं। हुण देखो साडे कोल एक सर्कल है, ये सर्कल का केंद्र बिंदु है। हुण असीं व्यास तो सीख लिया कि जिहड़ा इसदे हिस्से चों लंघदा है। जेकर असीं इत्थे एक व्यास बनाते हाँ तो इसके केंद्र विचों लंघिया, दोवां सिरिਆਂ ते साडे को टच किया, एक व्यास बन गया। तो साडे को चक्कर के कितने हिस्से बन गए, 2। इट मीन चक्कर के 2 खंड बन गए, एक ये वाला तो दूसरा खंड ये वाला। तो व्यास के नाल वो 2 खंड बन गए जिहड़े दोवें बराबर होणगे। पर व्यास तो इलावा साडे को एक होर कंसैप्ट हुंदा है जो की है कि रेखाखंड तो बनता है साडे कोल चक्कर दे विच, पर इस दे जिहड़ा कि सेंटर दे विचों पास नहीं करता। सो इसनूं असीं की कहंदे हां, साडा कंसैप्ट है जीवा, जिसनूं असीं कहंदे हां कोड। CHORD स्पैलिंग हुंदी है तो इसनूं असीं कोड बोलते हैं। हुण साडे कोल एक AB जिहड़ी जीवा हो गई है। सो जीवा की हुंदी है, जो चक्कर दे दोवां सिरिਆਂ ਨੂੰ ਛੂਵੇ पर केंद्र विचों ना लंघे। सो इसके उल्ट डायमीटर की होंदा है, जो चक्कर के दोवां सिरिਆਂ ਨੂੰ ਛੂਵੇ पर केंद्र विचों भी केंद्र विचों भी लंघे तो वो साडे को व्यास या डायमीटर बनता है। सो हुण साडे को 2 हिस्से बन जाते हैं, एक साडे को नीचे रह जाता है, एक साडे को रह गया है उपर वाल। सो हुण उपर वाले थोड़ा अलग शेड नाल दर्शा दिंदे हां। हुण असीं एक एक पॉइंट होर लैंदे हां। इत्थे असीं पॉइंट लिया P अते इत्थे पॉइंट ले लिया असीं Q। हुण साडे कोल जो लघु चाप है वो की है, ये चाप जिहड़ी साडी इन्नी होएगी ये लघु चाप होएगी, जो साडी किहड़ी होएगी APB। लघु चाप हो गई साडी छोटी चाप है, ठीक है। मेजर चाप साडी किहड़ी हो गई, ये चाप जिहड़ी साडी है ये साडी मेजर चाप होएगी या दीर्घ चाप होएगी, जो साडी है AQB। हुण इस तरह ही लघु खंड ते दीर्घ खंड बन गए। सो APB जिहड़ा साडा इस तरह ही लघु खंड है, ठीक है। लघु खंड विच असीं ए वाले पार्ट की गल कर रहे हैं, विचकार वाले पार्ट की, ठीक है। चाप मतलब आर्क जिहड़ी असीं बाहर लाइन लगी हुई है साडे कोल चक्कर दी। सो दीर्घ खंड किहड़ा हो गया साडा, ये विचकार वाला जो साडे कोल AQB है, AQB। सो ये सी साडे कोल सर्कल दे छोटे छोटे जिहड़े कंसैप्ट आते हैं। कहण नूं छोटे हैं, बेशक ये लिटल कंसैप्ट हैं, बट इन्हां तो बिना साडा जिहड़ा सर्कल कंसैप्ट है वो कंप्लीट होने वाला नहीं है। सो सब तो पहले इन्हां ते बहुत ध्यान देना है तो इन्हां नूं चंगी तरह जिहड़ा असीं सीखना है। इस तो बाद असीं अपने चैप्टर वाल थोड़ा जिहा वधीए ते साडे कोल चैप्टर 'च की दिता है असीं उस बारे गल करते हैं। सो जिस दे लई असीं कुछ सर्कल बनावांगे तो उन्हां दे नाल असीं जिहड़े कंसैप्ट क्लीयर करने हैं उन्हां दी गल करांगे। सो ये देखो साडे कोल एक सर्कल इस तरह है, दूसरा एक सर्कल होर लैंदे असीं, 2 हो गए, तीसरा सर्कल असीं एक होर लैंदे हाँ, ये हो गया। सो साडे कोल इन्हां तिन्नां दे असीं केंद्र बना लईए ओ, इसका भी केंद्र बना लो ओ, अते इहदा भी केंद्र हो गया साडे कोल ओ। सो इधर असीं एक लाइन बनाते हाँ जो सर्कल तो बाहर रहिंदी है। इस दे विच असीं एक लाइन बनाते हैं जो चक्कर दे विच दी पास होकर लंघदी है। सो फिर एक बनाते असीं जो चक्कर दे एक सिरे तो होके लंघदी है। सब तो पहला असीं इन्हां दे नाम जान लईए कि इन्हां दे नाम की हैं साडे कोल। इस नूं असीं बोलदे हां नॉन इंटरसैक्ट लाइन।
ਇੰਟਰਸੈਕਟ ਦਾ ਮਤਲਬ ਹੁੰਦਾ ਕਾਟਵੀਂ ਰੇਖਾ, मतलब कि ये साडे को हो गई ना काटवीं रेखा ਜਾਂ ना कटदी हुई रेखा। सो ये हो गई साडे को, ये साडा दो कंसैप्ट ਜਿਹੜੇ ਨਵੇਂ ਹੋਣਗੇ। ਇਹ ਤਾਂ ਅਸੀਂ ਸੁਣਿਆ ਹੀ ਹੈ ਕਾਟਵੀਂ ਰੇਖਾ, ਆਪਣੇ ਲਾਈਨਸ ਐਂਡ ਐਂਗਲ ਚੈਪਟਰ ਦੇ ਵਿੱਚ ਅਸੀਂ ਸੁਣਦੇ ਹਾਂ। ਇਹ ਸਾਡਾ ਹੋ ਗਿਆ ਸੀਕੈਂਟ। ਸੋ ਇਹ ਸੀਕੈਂਟ ਬੋਲਦੇ ਹਾਂ, ਪੰਜਾਬੀ 'ਚ ਗੱਲ ਕਰੀਏ ਤਾਂ ਛੇਦਕ ਰੇਖਾ। ਸੋ ਇਹ ਹੋ ਗਈ ਸਾਡੇ ਕੋਲ ਟਰਾਂਸਵਰਸਲ ਲਾਈਨ, ਜਿਸ ਨੂੰ ਅਸੀਂ ਬੋਲਦੇ ਹਾਂ ਸਪਰਸ਼ ਰੇਖਾ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਲਾਈਨਸ ਦੇ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਕਲੀਅਰ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਪਣੀ ਨੋਨ ਇੰਟਰਸੈਕਟ ਲਾਈਨ ਜਾਂ ਨਾ ਕਾਟਵੀਂ ਰੇਖਾ ਦੀ। ਸੋ ਇਸ ਦੇ ਵਿੱਚ ਸਾਡੇ ਕੋਲ ਕਿਹੜੀਆਂ ਕਿਹੜੀਆਂ ਜਿਹੜੀਆਂ ਪ੍ਰੋਪਰਟੀਜ਼ ਜਾਂ ਵਿਸ਼ੇਸ਼ਤਾਵਾਂ ਹਨ, ਗੱਲ ਕਰਦੇ ਹਾਂ। ਇਹ ਚੱਕਰ ਦੇ ਬਾਹਰੀ ਹਿੱਸੇ ਵਿੱਚ ਹੁੰਦੀ ਹੈ। ਦੂਸਰਾ, ਇਹ ਚੱਕਰ ਨੂੰ ਨਹੀਂ ਛੂੰਹਦੀ। ਠੀਕ ਹੈ, ਮਤਲਬ ਡੋਂਟ ਟੱਚ ਦੀ ਸਰਕਲ। ਸੋ ਸਰਕਲ ਨੂੰ ਟੱਚ ਨਹੀਂ ਕਰਦੀ ਹੈ। ਸੋ ਇੱਕ ਪੁਆਇੰਟ ਹੋਰ ਜੇਕਰ ਲਿਖੀਏ ਤਾਂ ਇਹ ਚੱਕਰ ਨੂੰ ਕਿਸੇ ਵੀ ਬਿੰਦੂ ਤੇ ਨਹੀਂ ਕੱਟਦੀ। ਸੋ ਇਸ ਤੋਂ ਬਾਅਦ ਸਾਡੇ ਕੋਲ ਕੰਸੈਪਟ ਆਉਂਦਾ ਹੈ ਸਾਡਾ ਸੀਕੈਂਟ ਜਾਂ ਛੇਦਕ ਰੇਖਾ ਦਾ, ਜਿਸ ਦੇ ਵਿੱਚ ਸਾਡੇ ਕੋਲ ਹੈ ਕਿ ਇਹ ਚੱਕਰ ਨੂੰ ਦੋ ਬਿੰਦੂਆਂ ਤੇ ਕੱਟਦੀ ਹੈ। ਠੀਕ ਹੈ, ਇਹ ਚੱਕਰ ਨੂੰ ਦੋ ਬਿੰਦੂਆਂ ਤੇ ਕੱਟਦੀ ਹੈ। ਇਹ ਚੱਕਰ ਦੇ ਵਿੱਚੋਂ ਦੀ ਲੰਘਦੀ ਹੈ। ਸਾਡੇ ਕੋਲ ਤੀਸਰਾ ਪੁਆਇੰਟ ਹੋਏਗਾ ਕਿ ਇੱਕ ਚੱਕਰ ਦੀਆਂ ਇੱਕ ਤੋਂ ਜ਼ਿਆਦਾ ਅਨੇਕਾਂ ਜਿਹੜੀਆਂ ਕਿ ਛੇਦਕ ਰੇਖਾਵਾਂ ਹੋ ਸਕਦੀਆਂ ਹਨ। ਸੋ ਅਸੀਂ ਕੀ ਕਿਹਾ ਸ਼ਬਦ ਕਿ ਅਨੇਕ ਛੇਦਕ ਰੇਖਾਵਾਂ ਹੋ ਸਕਦੀਆਂ ਨੇ। ਕਿਸ ਤਰ੍ਹਾਂ? ਦੇਖੋ, ਇਹ ਵੀ ਛੇਦਕ ਰੇਖਾ, ਇਹ ਵੀ ਛੇਦਕ ਰੇਖਾ। ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਛੇਦਕ ਰੇਖਾਵਾਂ ਜਿਹੜੀਆਂ ਸਰਕਲ ਦੇ ਵਿੱਚੋਂ ਅਸੀਂ ਬਣਾ ਸਕਦੇ ਹਾਂ। ਸੋ ਇਹ ਹੈ ਸਾਡਾ ਛੇਦਕ ਰੇਖਾ ਦਾ ਕਨਸੈਪਟ। ਫਿਰ ਸਾਡੇ ਕੋਲ ਆਉਂਦਾ ਹੈ ਟਰਾਂਸਵਰਸਲ ਲਾਈਨ, ਸਪਰਸ਼ ਰੇਖਾ। ਸੋ ਸਪਰਸ਼ ਰੇਖਾ ਦਾ ਸਾਡੇ ਕੋਲ ਪਹਿਲਾ ਪੁਆਇੰਟ ਕੀ ਹੈ ਕਿ ਇਹ ਚੱਕਰ ਨੂੰ ਬਾਹਰੀ ਸਿਰੇ ਤੋਂ ਛੂੰਹਦੀ ਹੋਈ ਲੰਘਦੀ ਹੈ। ਸੋ ਕਿਸੇ ਚੱਕਰ ਦੇ ਕਿਸੇ ਵੀ ਪੁਆਇੰਟ ਤੇ ਬਾਹਰੀ ਹਿੱਸੇ ਵਿੱਚ ਇਹ ਛੂੰਹਦੀ ਹੈ। ਦੂਸਰਾ ਪੁਆਇੰਟ ਕੀ ਹੈ ਸਾਡਾ ਕਿ ਇੱਕ ਚੱਕਰ ਦੀਆਂ ਜਿਹੜੀਆਂ ਕਿ ਦੋ ਸਮਾਂਤਰ ਸਪਰਸ਼ ਰੇਖਾਵਾਂ ਹੋ ਸਕਦੀਆਂ ਹਨ। ਸੋ ਦੇਖੋ, ਸਮਾਂਤਰ ਰੇਖਾਵਾਂ ਦਾ ਸਾਨੂੰ ਪਤਾ ਹੈ ਕਿ ਉਹ ਰੇਖਾਵਾਂ ਜੋ ਆਪਸ ਵਿੱਚ ਨਹੀਂ ਕੱਟਦੀਆਂ ਅਤੇ ਆਪਸ ਵਿੱਚ ਸਮਾਨ ਦੂਰੀ ਬਣਾ ਕੇ ਰੱਖਦੀਆਂ ਹਨ। ਸੋ ਇੱਕ ਚੱਕਰ ਦੀ ਜੇਕਰ ਸਮਾਂਤਰ ਰੇਖਾ ਬਣਾਉਣੀ ਹੋਵੇ, ਇੱਕ ਸਾਡੇ ਕੋਈ ਹੋਵੇ, ਦੂਸਰੀ ਸੀ ਇਸ ਦੇ ਬਿਲਕੁਲ ਸਾਹਮਣੇ ਬਣਾਵਾਂਗੇ। ਇਸ ਤਰ੍ਹਾਂ ਜਿਹੜੀ ਸਾਡੇ ਕੋਲ ਬਣਦੀ ਹੋਈ ਬਣ ਜੇਗੀ। ਹੁਣ ਦੇਖੋ, ਸਰਕਲ ਦੇ ਦੋਵਾਂ ਸਾਈਡਾਂ ਤੇ ਬਣ ਗਈ ਸਾਡੇ ਕੋਲ। ਸੋ ਇਸ ਤਰ੍ਹਾਂ ਚੱਕਰ ਦੀਆਂ ਜਿਹੜੀਆਂ ਸਾਡੇ ਕੋਲ ਦੋ ਸਮਾਂਤਰ ਰੇਖਾਵਾਂ ਜਿਹੜੀਆਂ ਉਹ ਦੋ ਸਮਾਂਤਰ ਸਪਰਸ਼ ਰੇਖਾਵਾਂ ਜਿਹੜੀਆਂ ਕਿ ਬਣ ਸਕਦੀਆਂ ਹਨ। ਸੋ ਜੇਕਰ ਇਸ ਤਰ੍ਹਾਂ ਦੋ ਬਣ ਗਈਆਂ, ਫਿਰ ਹੋਰ ਦੋ ਕਿੱਦਾਂ ਬਣਨਗੀਆਂ? ਇੱਕ ਇਸ ਤਰ੍ਹਾਂ ਬਣ ਜਾਏਗੀ, ਦੂਸਰੀ ਇਸ ਤਰ੍ਹਾਂ ਬਣ ਜਾਏਗੀ। ਸੋ ਇਹ ਦੇਖੋ ਇਸ ਤਰ੍ਹਾਂ ਵੀ ਬਣ ਸਕਦੀ ਹੈ। ਸੌਰੀ, ਇਹ ਸਾਡੇ ਕੋਲ ਪਾਸ ਕਰਕੇ ਵਿੱਚ ਦੀ ਇਸ ਤਰ੍ਹਾਂ ਵੀ ਬਣ ਸਕਦੀ ਹੈ। ਇਹ ਵੀ ਥੋੜੀ ਵਿੱਚ ਰਹਿ ਗਈ ਸੀ ਸਾਡੇ ਕੋਲ। ਸੋ ਇਸ ਤਰ੍ਹਾਂ ਵੀ ਬਣ ਸਕਦੀ ਹੈ। ਕਲੀਅਰ? ਸੋ ਇੱਧਰ ਵੀ ਇੱਧਰ ਗੱਲ ਕਰੀਏ ਤਾਂ ਇਸ ਸਾਈਡ ਵੀ ਬਣ ਸਕਦੀ ਹੈ ਅਤੇ ਇਸ ਹਿੱਸੇ ਵਿੱਚ ਵੀ ਬਣ ਸਕਦੀ ਹੈ। ਸੋ ਇਸ ਤਰ੍ਹਾਂ ਚੱਕਰ ਦੀਆਂ ਸਾਡੇ ਕੋਲ ਦੋ ਜਿਹੜੀਆਂ ਸਮਾਂਤਰ ਰੇਖਾਵਾਂ ਹੋਣਗੀਆਂ, ਪਰ ਸਾਡੇ ਕੋਲ ਸਪਰਸ਼ ਰੇਖਾਵਾਂ ਉਸ ਦੀਆਂ ਇੱਕ ਤੋਂ ਜ਼ਿਆਦਾ ਅਨੰਤ ਜਿਹੜੀਆਂ ਕਿ ਹੋ ਸਕਦੀਆਂ ਹਨ। ਸੋ ਇਹ ਸੀ ਸਾਡਾ ਕਨਸੈਪਟ ਨੋਨ ਇੰਟਰਸੈਕਟ ਲਾਈਨ, ਨਾ ਕਾਟਵੀਂ ਰੇਖਾ, ਸੀਕੈਂਟ ਛੇਦਕ ਰੇਖਾ, ਟਰਾਂਸਵਰਸਲ ਲਾਈਨ, ਸਪਰਸ਼ ਰੇਖਾ। ਸੋ ਇਸ ਦੇ ਨਾਲ ਜਿਹੜੀ ਸਾਡੀ ਇੰਟਰੋਡਕਸ਼ਨ ਹੈ, ਬੇਸਿਕ ਇੰਟਰੋਡਕਸ਼ਨ ਹੈ ਚੈਪਟਰ ਦੀ, ਉਹ ਖਤਮ ਹੁੰਦੀ ਹੈ। ਸੋ ਮਿਲਦੇ ਹਾਂ ਹੁਣ ਆਪਣੀ ਨੈਕਸਟ ਕਲਾਸ ਦੇ ਵਿੱਚ ਅਸੀਂ ਆਪਣੇ ਨੈਕਸਟ ਕੁਐਸਚਨ ਦੇ ਨਾਲ। ਸੋ ਕੁਐਸਚਨਸ ਤੋਂ ਪਹਿਲਾਂ ਅਸੀਂ ਕੁਝ ਥਿਊਰਮਸ ਨੇ ਸਾਡੀਆਂ ਜਿਹੜੀਆਂ ਸਰਕਲ ਨਾਲ ਰਿਲੇਟਡ ਹੋਣਗੀਆਂ, ਅਸੀਂ ਉਹ ਕਰਾਂਗੇ। ਫਿਰ ਅਸੀਂ ਆਪਣੀ ਐਕਸਰਸਾਈਜ਼ ਜਿਹੜੀ ਹੈ ਉਸ ਦੀ ਗੱਲ ਕਰਾਂਗੇ। ਸੋ ਉਮੀਦ ਕਰਦਾ ਕਿ ਜਿਹੜੀ ਕਲਾਸ ਹੈ ਤੁਹਾਨੂੰ ਵਧੀਆ ਲੱਗੀ ਹੋਵੇਗੀ। ਸੋ ਲਾਈਕ ਕਰਨਾ ਨਾ ਭੁੱਲਣਾ, ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਜ਼ਰੂਰ ਕਰਨਾ ਹੈ। ਸੋ ਥੈਂਕ ਯੂ।